जय गुरु जी संगत जी। वीडियो को लाइक करें, कमेंट करें, शेयर करें, चैनल को सब्सक्राइब ज़रूर करें, नोटिफिकेशन बेल ज़रूर प्रेस करें ताकि आपको वीडियो की नोटिफिकेशन सबसे पहले मिल सके। जय गुरु जी, शुक्राना गुरु जी, अनंतम अनंतम शुक्राना मेरे प्यारे गुरु जी। जय गुरु जी, शुक्राना गुरु जी। ओम नमः शिवाय, शिव जी सदा सहाय। ओम नमः शिवाय, गुरु जी सदा सहाय। सो साध संगत जी, मैं ਹਾਂ ਰਵਿੰਦਰ ਕੌਰ, ਗੁਰੂ ਜੀ ਦੀ ਪਿਆਰੀ ਬੇਟੀ, ਜਿਹਨੂੰ ਕਿ ਗੁਰੂ ਜੀ ਨੇ ਖੁਦ ਜੋੜਿਆ ਆਪਣੇ ਨਾਲ। ਮੈਂ ਆਪਣੇ ਗੁਰੂ ਤੋਂ, ਉਹਨਾਂ ਦੀ ਕਿਰਪਾ ਤੋਂ, ਉਹਨਾਂ ਦੀਆਂ ਬਲੈਸਿੰਗਸ ਤੋਂ ਇੰਨੇ ਸਾਲ ਬਹੁਤ ਵਾਂਝੀ ਰਹੀ ਹਾਂ। ਲੇਕਿਨ ਜਦੋਂ ਗੁਰੂ ਦੀ ਕਿਰਪਾ ਹੋਈ ਮੇਰੇ ਗੁਰੂ ਮਹਾਰਾਜ ਜੀ ਦੀ ਜਦੋਂ ਮੇਰੇ 'ਤੇ ਕਿਰਪਾ ਹੋਈ, ਫਿਰ ਐਸੀ ਕਿਰਪਾ ਹੋਈ ਕਿ ਗੁਰੂ ਜੀ ਨੇ ਮੈਨੂੰ ਉਹ ਸਾਰੀਆਂ ਦਾਤਾਂ ਦਿੱਤੀਆਂ ਜਿਹੜੀਆਂ ਮੈਂ ਇੱਕ ਡਰੀਮ ਦੇ ਵਿੱਚ ਕਦੀ ਸੋਚਦੀ ਹੁੰਦੀ ਸੀ। ਸਾਧ ਸੰਗਤ ਜੀ, ਇਹ ਮੇਰਾ ਪਹਿਲਾ ਸ਼ੁਕਰਾਨਾ ਸਤਸੰਗ ਹੈ। ਗੁਰੂ ਜੀ ਨੇ ਮੈਨੂੰ ਬਹੁਤ ਵਾਰੀ ਕਿਹਾ ਕਿ ਮੇਰਾ ਸ਼ੁਕਰਾਨਾ ਕਰ, ਬਟ ਮੈਨੂੰ ਪਤਾ ਨਹੀਂ ਸੀਗਾ ਕਿ ਸ਼ੁਕਰਾਨਾ ਕਿੱਦਾਂ ਕਰੀਦਾ ਹੈ। ਮੈਂ ਮੱਸਿਆ ਵਾਲੇ ਦਿਨ ਗੁਰੂ ਜੀ ਦੇ ਨਾਲ ਆਪਣੀ ਨਨਦ ਜੀ ਦੇ ਥਰੂ ਮਤਲਬ ਉਹਨਾਂ ਦੇ ਨਾਲ ਜੁੜੀ ਸੀਗੀ। ਉਸ ਤੋਂ ਪਹਿਲਾਂ ਮੇਰੀ ਫਰੈਂਡ ਸੀ, ਉਹ ਮੇਰੇ ਘਰ ਆਈ, ਜਿਹਨੂੰ ਕਿ ਮੈਂ 3-4 ਸਾਲ ਤੋਂ ਮਤਲਬ ਜਾਣਦੀ ਸੀ। ਲੇਕਿਨ ਉਹ 4 ਸਾਲਾਂ ਦੇ ਵਿੱਚ ਕਦੀ ਮੈਨੂੰ ਗੁਰੂ ਜੀ ਦਾ ਬ੍ਰੈਸਲੇਟ ਨਹੀਂ ਦਿਖਿਆ ਸੀਗਾ, ਕਦੀ ਸਾਡੀ ਗੱਲ ਨਹੀਂ ਹੋਈ। ਲੇਕਿਨ ਇੱਕ ਦਿਨ ਮੈਨੂੰ ਇਨਵਾਈਟ ਕੀਤਾ ਅਤੇ ਉਹਨੇ ਮੈਨੂੰ ਗੁਰੂ ਜੀ ਦੇ ਇੰਨੀ ਮਹਿਮਾ ਗੁਣਗਾਨ ਉਹਨੇ ਇੰਨੇ ਕੀਤੇ ਕਿ ਮੈਂ ਮਤਲਬ ਉਸ ਟਾਈਮ 'ਤੇ ਬਹੁਤ ਨੋਰਮਲੀ ਲਿਆ, ਠੀਕ ਹੈ। ਬਟ ਮੈਂ ਹਮੇਸ਼ਾ ਕਿਸੇ ਵੀ ਗੁਰੂ ਦੀ ਗੱਲ ਹੋਵੇ ਤਾਂ ਮੈਂ ਹਮੇਸ਼ਾ ਉਸ ਚੀਜ਼ ਨੂੰ ਬਹੁਤ ਸੀਰੀਅਸਲੀ ਲੈਂਦੀ ਹੁੰਦੀ ਹਾਂ ਕਿ ਹਾਂ ਠੀਕ ਹੈ, ਹਰ ਇੱਕ ਦੀ ਆਪਣੀ ਸ਼ਰਧਾ ਆ। ਲੇਕਿਨ ਸਾਧ ਸੰਗਤ ਜੀ, ਮੈਂ ਉਦੋਂ ਤਾਂ ਹੈਰਾਨ ਹੀ ਰਹਿ ਗਈ ਜਦੋਂ ਮੈਨੂੰ ਗੁਰੂ ਜੀ ਦੀ ਜਾਂ ਫੋਟੋਗ੍ਰਾਫਸ, ਗੁਰੂ ਜੀ ਦੇ ਜੈ ਗੁਰੂ ਜੀ, ਕਦੀ ਗੱਡੀ ਦੇ ਪਿੱਛੇ, ਕਦੀ ਬਲੈਸਿੰਗਸ, ਉਹ ਇੰਨਾ ਜ਼ਿਆਦਾ ਦਿਖਾਈ ਦੇਣਾ ਸ਼ੁਰੂ ਹੋ ਗਿਆ। ਮੈਨੂੰ ਇੱਦਾਂ ਲੱਗ ਰਿਹਾ ਸੀ ਮੈਨੂੰ ਸਾਰੇ ਪਾਸਿਓਂ ਘੇਰਾ ਪੈ ਰਿਹਾ। ਲੇਕਿਨ ਮੈਨੂੰ ਗੁਰੂ ਜੀ ਨੇ ਕਿੱਦਾਂ ਜੋੜਿਆ, ਕਿਉਂ ਜੋੜਿਆ, ਉਹ ਬਹੁਤ ਇੰਪੋਰਟੈਂਟ ਆ। ਮੈਂ ਉਸ ਟਾਈਮ ਕਿਹੜੀ ਦੁਬਿਧਾ ਵਿੱਚ ਸੀਗੀ, ਦੈਟ ਇਜ਼ ਵੈਰੀ ਮੱਚ ਇੰਪੋਰਟੈਂਟ। ਮੈਂ ਆਪਣੀ ਲਾਈਫ ਦੇ ਵਿੱਚ ਇੰਨਾ ਸਟਰਗਲ ਕੀਤਾ, ਬਹੁਤ ਜ਼ਿਆਦਾ ਸਟਰਗਲ। ਮੈਂ ਪਿੰਡ ਵਿੱਚ ਰਹਿੰਦੀ ਸੀ, 12 ਸਾਲ ਪਹਿਲਾਂ ਸਿੰਗਿੰਗ ਕੀਤੀ। ਸਿੰਗਿੰਗ ਦੇ ਵਿੱਚ ਮੈਂ ਗੁਰੂ ਨਾਨਕ ਦੇਵ ਜੀ ਦੀ ਮਹਿਮਾ, ਭੋਲੇ ਸ਼ੰਕਰ ਜੀ ਦੀ ਮਹਿਮਾ ਬਹੁਤ ਗਾਈ। ਈਵਨ ਦੋ ਮੇਰੀਆਂ 1-2 ਸ਼ਬਦ ਕੀਰਤਨ ਦੀਆਂ ਕੈਸਟਸ ਵੀ ਆਈਆਂ, ਲੇਕਿਨ ਉਹ ਮਾਰਕੀਟ ਦੇ ਵਿੱਚ ਕਦੀ ਵੀ ਆ ਨਹੀਂ ਪਈਆਂ। ਔਰ ਮੈਨੂੰ ਬੜੀ ਵਾਰੀ ਫਿਰ ਮੈਂ ਆਪਣੀ ਲਾਈਨ ਜਿਹੜੀ ਆ ਉਹ ਐਜੂਕੇਸ਼ਨ ਲਾਈਨ ਦੇ ਵਿੱਚ ਆ ਗਈ। ਔਰ ਉਹਦੇ ਵਿੱਚ ਮੈਨੂੰ ਲੱਗਿਆ ਕਿ ਠੀਕ ਹੈ, ਕੋਈ ਗੱਲ ਨਹੀਂ, ਕੁਛ ਅੱਛਾ ਹੀ ਹੋਏਗਾ ਜਿਹੜੇ ਮੈਂ ਇਸ ਲਾਈਨ ਦੇ ਵਿੱਚ ਆਈ ਹਾਂ। ਲੇਕਿਨ ਮੇਰੇ ਅੰਦਰ ਇੱਕ ਦੁੱਖ ਔਰ ਇੱਕ ਦਰਦ ਜਿਹੜਾ ਉਸ ਪਰਮਾਤਮਾ ਦੀ ਮਹਿਮਾ ਨੂੰ ਗਾਇਨ ਦੇ ਵਿੱਚ ਸੀਗਾ ਨਾ, ਉਹ ਇੱਕ ਸਾਹਮਣਾ ਮੈਂ ਬੜੀ ਹਰਟ ਹੋਈ ਸੀ ਕਿ ਮੈਂ ਇੰਨਾ ਵਧੀਆ ਪਰਮਾਤਮਾ ਨੇ ਮੈਨੂੰ ਆਵਾਜ਼ ਦਿੱਤੀ ਆ, ਲੇਕਿਨ ਇਹ ਦੁਨੀਆ ਦੇ ਸਾਹਮਣੇ ਕਿਉਂ ਨਹੀਂ ਆ ਪਾਈ। ਖੈਰ, ਲੇਕਿਨ ਮੈਨੂੰ ਹੁਣ ਜਦੋਂ ਦੀ ਮੈਂ ਗੁਰੂ ਜੀ ਦੇ ਨਾਲ ਜੁੜੀ ਹਾਂ, ਤੁਸੀਂ ਯਕੀਨ ਮੰਨਿਓ, ਮੈਂ ਘੱਟੋ ਘੱਟ 18 ਸਾਲ ਬਾਅਦ ਮੈਂ ਦੁਬਾਰਾ ਆਪਣੇ ਆਪ ਦੇ ਵਿੱਚ ਔਰ ਗੁਰੂ ਜੀ ਦੇ ਸਾਹਮਣੇ ਗਾਣਾ ਸ਼ੁਰੂ ਕੀਤਾ, ਗੁਰੂ ਜੀ ਦੀ ਮਹਿਮਾ ਗਾਣੀ ਸ਼ੁਰੂ ਕੀਤੀ। ਮੈਨੂੰ ਜੋ ਮੈਂ ਚੀਜ਼ਾਂ ਪਹਿਲਾਂ ਆਲਰੇਡੀ ਗਾਈਆਂ ਹੋਈਆਂ ਆ, ਮੈਨੂੰ ਹੁਣ ਉਹ ਚੀਜ਼ਾਂ ਦਾ ਅਹਿਸਾਸ ਹੋ ਰਿਹਾ ਕਿ ਗੁਰੂ ਜੀ ਦੀ ਮਹਿਮਾ ਗਾਉਣ ਵਾਸਤੇ ਹੀ ਸ਼ਾਇਦ ਮੇਰੀ ਆਵਾਜ਼ ਬਣੀ ਸੀ। ਮੈਨੂੰ ਹਮੇਸ਼ਾ ਹੀ ਕਈ ਕਹਿੰਦੇ ਹੁੰਦੇ ਸੀ ਕਿ ਤੂੰ ਗੁਰੂ ਨਾਨਕ ਦੇ ਘਰ, ਇੱਕ ਟਾਈਮ ਆਏਗਾ ਤੂੰ ਗੁਰੂ ਨਾਨਕ ਦੇ ਘਰ ਨਾਲ ਜੁੜੇਂਗੀ ਔਰ ਤੂੰ ਉੱਥੇ ਇਹ ਮਹਿਮਾ ਗਾਏਂਗੀ। ਪਰ ਮੈਂ ਸੋਚਦੀ ਹੁੰਦੀ ਸੀ, ਮੈਂ ਤਾਂ ਆਲਰੇਡੀ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ ਔਰ ਹਿੰਦੂ ਫੈਮਿਲੀ ਦੇ ਵਿੱਚ ਮੇਰੀ ਮੈਰਿਜ ਹੋਈ ਆ, ਲੇਕਿਨ ਮੈਂ ਤਾਂ ਆਲਰੇਡੀ ਮਤਲਬ ਸਿੱਖੀਜ਼ਮ ਦੇ ਨਾਲ ਹੈਗੀ ਹਾਂ। ਮੈਂ ਆਲਰੇਡੀ ਤੁਸੀਂ ਲਗਾ ਲਓ ਕਿ ਗੁਰਦੁਆਰੇ ਵੀ ਜਾਂਦੀ ਹਾਂ, ਲੇਕਿਨ ਕਿਉਂ ਮੇਰੇ 'ਤੇ ਉਹ ਕਿਰਪਾ ਨਹੀਂ ਹੋ ਪਾ ਰਹੀ। ਬਟ ਮੈਨੂੰ ਹੁਣ ਆ ਕੇ ਆਪਣੇ ਗੁਰੂ ਨੂੰ ਮਿਲ ਕੇ ਮੈਨੂੰ ਪਤਾ ਚੱਲਿਆ ਕਿ ਮੇਰਾ ਗੁਰੂ ਇੰਨਾ ਪਿਆਰਾ, ਇੰਨਾ ਜ਼ਿਆਦਾ ਪਿਆਰਾ। ਸੰਗਤ ਜੀ, ਇੱਦਾਂ ਦੇ ਗੁਰੂ ਲੱਭਿਆ ਵੀ ਨਹੀਂ ਲੱਭਦੇ। ਗੁਰੂ ਜੀ ਨੇ ਮੈਨੂੰ ਉਸ ਟਾਈਮ 'ਤੇ ਜੋੜਿਆ ਆਪਣੇ ਨਾਲ ਜਦੋਂ ਮੈਂ ਬਹੁਤ ਜ਼ਿਆਦਾ ਪਰੇਸ਼ਾਨੀ 'ਚ ਸੀ। ਉਸ ਤੋਂ ਪਹਿਲਾਂ ਠੀਕ ਹੈ, ਸਟਰਗਲ ਵੀ ਹੋਇਆ, ਬਹੁਤ ਕੁਛ ਹੋਇਆ। ਗੁਰੂ ਜੀ, ਮੈਂ ਸੰਗਤ ਜੀ, ਮੈਂ ਕਦੀ ਫਿਰ ਸ਼ੇਅਰ ਕਰਾਂਗੀ ਉਹ ਚੀਜ਼ਾਂ, ਬਟ ਮੈਂ ਅੱਜ ਸ਼ੁਕਰਾਨਾ ਗੁਰੂ ਜੀ ਦਾ ਕਰਨ ਵਾਸਤੇ ਸਪੈਸ਼ਲੀ ਸਤਸੰਗ ਕਰ ਰਹੀ ਹਾਂ। ਮੈਂ
ਸਾਡੇ ਨਾਲ ਕੀ ਹੋਇਆ 2024 ਦੇ ਵਿੱਚ ਨਾ ਅਸੀਂ ਬਹੁਤ ਹੀ ਤੁਸੀਂ ਕਹਿ ਲਓ ਪ੍ਰੋਸਪੈਰਿਟੀ ਔਰ ਸਭ ਕੁਝ ਸਾਡੇ ਕੋਲ ਸੀ। ਮੈਨੂੰ ਲੱਗਦਾ ਨਹੀਂ ਕਿ ਕਿਸੇ ਚੀਜ਼ ਦੀ ਕੋਈ ਕਮੀ ਸੀ। ਘਰ ਦੇ ਵਿੱਚ ਹਰ ਚੀਜ਼, ਝੂਲੇ, ਇਹ ਵੋ ਐਵਰੀਥਿੰਗ, ਬੱਚਿਆਂ ਦੀ ਗੈਜਟਸ, ਇਹੀ ਚੀਜ਼ਾਂ ਹੁੰਦੀਆਂ ਸੰਗਤ ਜੀ ਕਿ ਹਾਂ ਤੁਹਾਡੇ ਕੋਲ ਘਰ ਦੇ ਵਿੱਚ ਹਰ ਚੀਜ਼ ਆ। ਸਕੂਨ ਵੀ ਸੀ, ਸਭ ਕੁਝ, ਪਰਮਾਤਮਾ ਦਾ ਨਾਮ ਵੀ ਸੀ। ਲੇਕਿਨ ਇੱਕ ਤੂਫਾਨ ਜਿਹੜਾ ਆਉਂਦਾ ਨਾ ਜਦੋਂ, ਉਹ ਕਿਸੇ ਨੂੰ ਦੱਸ ਕੇ ਨਹੀਂ ਆਉਂਦਾ। ਮੇਰੇ ਨਾਲ ਕੀ ਹੋਇਆ ਕਿ ਮੈਂ ਕਿਸੇ ਉਸ ਟਾਈਮ ਤੇ ਸਾਡਾ ਕੰਮ ਥੋੜਾ ਜਿਹਾ ਡਾਊਨ ਹੋਇਆ ਆਇਲਸ ਦਾ, ਔਰ ਮੈਂ ਕੁਝ ਹੋਰ ਚੀਜ਼ਾਂ ਲੱਭਣੀਆਂ ਸ਼ੁਰੂ ਕਰ ਦਿੱਤੀਆਂ, ਜਿਹਦੇ ਵਿੱਚ ਕਿ ਮੈਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਮਤਲਬ ਇੱਕ ਐਪ ਦੇ ਥਰੂ ਥੋੜ੍ਹੀ ਬਹੁਤੀ ਇਨਵੈਸਟਮੈਂਟ ਕਰੋ, ਅਤੇ ਉਹਦੇ ਵਿੱਚ ਜਦੋਂ ਤੁਸੀਂ ਇਨਵੈਸਟਮੈਂਟ ਕਰੋਗੇ ਤਾਂ ਤੁਹਾਨੂੰ ਬੜੀ ਅੱਛੀ ਇਨਕਮ ਆਏਗੀ। ਮੈਂ ਫੇਸਬੁੱਕ ਤੋਂ ਉਹਨੂੰ ਡਾਊਨਲੋਡ ਕੀਤਾ। ਹੌਲੀ ਹੌਲੀ ਉਹਨਾਂ ਨੇ ਕਿਹਾ 10,000 ਰੁਪੀਜ਼ ਲਗਾਓ, 10,000 ਲਗਾਏ, 20 ਲਗਾਤੇ, 40 ਲਗਾਤੇ, ਕਰਦਿਆਂ ਮੇਰੇ 57 ਲੱਖ ਰੁਪੀਜ਼ ਮਤਲਬ ਜਿਹੜੇ ਸੀਗੇ ਨਾ, ਇੱਕ ਹਿਸਾਬ ਨਾਲ ਫਰੋਡ ਹੋ ਗਿਆ। ਕਿਉਂਕਿ ਜਿੱਦਾਂ ਅਸੀਂ ਉਹਨਾਂ ਨੂੰ ਪੈਸੇ ਪਾਈ ਜਾ ਰਹੇ ਸੀ, ਉਹ ਇਹ ਕਹਿ ਰਹੇ ਸੀ ਕਿ ਤੁਹਾਨੂੰ ਇਹ ਪੈਸੇ ਫਿਰ ਮਿਲਣੇ ਆ ਜੇ ਤੁਸੀਂ IPO ਲਾਓਗੇ। IPO ਦੀ ਰਕਮ ਉਹਨਾਂ ਨੇ ਇੰਨੀ ਵੱਡੀ ਕਰ ਦਿੱਤੀ ਕਿ ਸਾਨੂੰ ਲੋਨ ਤੱਕ ਲੈ ਕੇ ਉਸ ਰਕਮ ਨੂੰ ਪੂਰਾ ਕਰਨਾ ਪਿਆ, ਪਰ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਇਹ ਫਰੋਡ ਆ। ਜਦੋਂ ਸਾਰਾ ਕੁਝ ਹੋ ਗਿਆ ਫਿਰ ਪਤਾ ਲੱਗਿਆ ਕਿ ਸਾਡੇ ਨਾਲ ਫਰੋਡ ਹੋ ਗਿਆ। ਜਦੋਂ 57 ਲੱਖ ਰੁਪੀਜ਼ ਤੁਹਾਡੇ ਲੋਨ ਚੜ੍ਹ ਕੇ, ਮਤਲਬ ਓਬਵੀਅਸਲੀ ਤੁਹਾਡੀ ਆਪਣੀ ਸੇਵਿੰਗ, ਤੁਹਾਡਾ ਸਾਰਾ ਕੁਝ ਜਦੋਂ ਚਲਾ ਜਾਏ ਨਾ, ਤੇ ਸੰਗਤ ਜੀ ਮੈਨੂੰ ਪਤਾ ਮੈਂ ਉਸ ਟਾਈਮ ਕਿਹੜੀ ਪਰੇਸ਼ਾਨੀ ਦੇ ਵਿੱਚ ਸੀਗੀ। ਮੈਨੂੰ ਇੱਦਾਂ ਲੱਗਦਾ ਸੀ ਕਿ ਇਹ ਸੱਟ ਖਾ ਕੇ ਮੇਰੇ ਹਸਬੈਂਡ ਨੂੰ ਕਿਤੇ ਕੁਛ ਹੋ ਨਾ ਜਾਵੇ। ਮੈਂ ਰਾਤ ਨੂੰ ਸੌਂਦੀ ਸੀ ਤੇ 3-4 ਦਿਨ ਮੈਂ ਦੇਖਿਆ ਕਿ ਮੇਰੀ ਜੀਭ ਜਿਹੜੀ ਹੈ ਨਾ, ਉਹ ਸੁੱਤਿਆਂ ਮੈਂ ਜਦੋਂ ਆਪਣੀ ਹੋਸ਼ 'ਚ ਆਉਂਦੀ ਸੀ, ਮੇਰੀ ਜੀਭ ਹਿਲਦੀ ਨਹੀਂ ਸੀ। ਮੈਨੂੰ ਇੱਦਾਂ ਲੱਗਦਾ ਸੀ ਕਿ ਮੇਰਾ ਸ਼ਾਇਦ ਮੈਨੂੰ ਕੁਛ ਇੱਦਾਂ ਦਾ ਹੋ ਜਾਣਾ ਕਿ ਮੇਰਾ ਮਾਈਂਡ ਉੱਥੇ ਅਟਕਿਆ ਹੋਇਆ ਸੀ। ਉਸ ਟਾਈਮ 'ਤੇ ਮੈਂ ਯੂਨੀਵਰਸ ਨਾਲ ਬਹੁਤ ਗੱਲਾਂ ਕਰਦੀ ਸੀ ਕਿ ਮੈਂ ਅਗਰ ਕਦੀ ਵੀ ਕਿਸੇ ਦਾ ਕੁਛ ਬੁਰਾ ਕੀਤਾ ਹੋਵੇ ਮੈਨੂੰ ਮਾਫ਼ ਕਰਨਾ। ਪਰ ਮੈਂ ਬਹੁਤ ਪਾਠ ਪੂਜਾ ਪਲੱਸ ਜਿੱਦਾਂ ਗਰੀਬਾਂ ਨੂੰ ਦੇਣਾ, ਔਰ ਜੋ ਵੀ ਮਤਲਬ ਇੱਕ ਅੱਛੇ ਇਨਸਾਨੀਅਤ ਦੇ ਤੌਰ 'ਤੇ ਚੀਜ਼ਾਂ ਕਰਨੀਆਂ ਚਾਹੀਦੀਆਂ, ਕਿਸੇ ਦੀ ਫੀਸ ਦੇ ਦੇਣਾ, ਮੈਂ ਉਹ ਚੀਜ਼ਾਂ ਸਾਰੀਆਂ ਕਰਦੀ ਸੀ। ਔਰ ਮੈਂ ਇਸੇ ਚੀਜ਼ ਨੂੰ ਬਲੈਸਿੰਗ ਮੰਨਦੀ ਸੀ ਕਿਉਂਕਿ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਔਖਾ ਟਾਈਮ ਆਲਰੇਡੀ ਦੇਖਿਆ ਹੋਇਆ ਸੀਗਾ। ਲੇਕਿਨ ਗੁਰੂ ਜੀ ਨੇ ਮੈਨੂੰ ਇਸ ਦੁਬਿਧਾ 'ਚੋਂ ਕਿੱਦਾਂ ਕੱਢਿਆ। ਮੈਂ ਇਸੇ ਤਰੀਕੇ ਨਾਲ ਆਪਣੇ ਫਰੈਂਡ ਦੇ ਥਰੂ ਜਦੋਂ ਜੁੜੀ ਹਾਂ, ਮੇਰੇ ਹਸਬੈਂਡ ਵੀ ਬਹੁਤ ਜ਼ਿਆਦਾ, ਉਹਨਾਂ ਨੂੰ ਵੀ ਬਹੁਤ ਗੁੱਝੀ ਸੱਟ ਲੱਗੀ ਸੀਗੀ। ਮੈਨੂੰ ਸਮਝ ਨਹੀਂ ਲੱਗਦੀ ਕਿ ਅਸੀਂ ਕਿੱਦਾਂ ਇਸ ਸੱਟ ਤੋਂ ਬਾਹਰ ਨਿਕਲਾਂਗੇ। ਅਸੀਂ ਆਪਣਾ ਕੇਸ ਵੀ ਪਾਇਆ, ਪੁਲਿਸ 'ਚ ਵੀ ਗਏ, ਸਾਈਬਰ ਕ੍ਰਾਈਮ ਦੇ ਵਿੱਚ 1930 'ਤੇ ਵੀ ਕਾਲ ਕਰਕੇ ਸਾਰਾ ਕੁਛ ਕਰ ਦਿੱਤਾ, ਲੇਕਿਨ ਉਹਨਾਂ ਨੇ ਹਜੇ ਤੱਕ ਕੁਛ ਨਹੀਂ ਕੀਤਾ ਹੈਗਾ। ਉਹਨਾਂ ਨੇ ਇਹ ਕਿਹਾ ਕਿ ਪੈਸਾ ਆ ਜਾ ਕੇ ਬਾਹਰ ਚਲਾ ਜਾਂਦਾ ਆ, ਜੇ ਕੋਰਟ ਆਰਡਰ ਦੇ ਦੇਵੇ ਕਿ ਹਾਂ ਤੁਹਾਡੇ ਨਾਲ ਫਰੋਡ ਹੋਇਆ, ਅਤੇ ਫਿਰ ਤੁਹਾਡਾ ਬੈਂਕਾਂ ਦੇ ਥਰੂ, ਕਿਉਂਕਿ ਤੁਸੀਂ ਬੈਂਕਾਂ ਦੇ ਉੱਤੇ ਟਰਸਟ ਕਰਕੇ ਇਹ ਪੈਸਾ ਤੁਹਾਡਾ ਗਿਆ, ਅਗਰ ਕੋਰਟ ਇਹ ਚੀਜ਼ ਕਰ ਦੇਵੇ ਅਤੇ ਫਿਰ ਤੁਹਾਨੂੰ ਤੁਹਾਡਾ ਪੈਸਾ ਮਿਲ ਸਕਦਾ। ਪਰ ਅੱਜ ਮੈਨੂੰ ਘੱਟੋ ਘੱਟ 1.5 ਸਾਲ ਹੋ ਚੱਲਿਆ ਸੰਗਤ ਜੀ, ਮੇਰੀ ਇਹ ਚੀਜ਼ ਨਹੀਂ ਹੋਈ। ਲੇਕਿਨ ਮੈਨੂੰ ਇੰਨਾ ਪਤਾ ਆ ਕਿ ਇਹ ਮੇਰੀ ਬਹੁਤ ਵੱਡੀ ਅਰਦਾਸ ਹੈ, ਗੁਰੂ ਜੀ ਜ਼ਰੂਰ ਮੇਰੀ ਪੂਰੀ ਕਰਨਗੇ। ਲੇਕਿਨ ਉਸ ਤੋਂ ਪਹਿਲਾਂ ਜਦੋਂ ਮੈਂ ਗੁਰੂ ਜੀ ਦੇ ਨਾਲ ਜੁੜੀ ਹਾਂ, ਜੋ ਮੇਰੀ ਹਾਲਤ ਸੀ ਔਰ ਜੋ ਮੇਰੇ ਹਸਬੈਂਡ ਦੀ ਹਾਲਤ ਸੀ, ਮੈਨੂੰ ਲੱਗਦਾ ਸੀ ਕਿ ਅਸੀਂ ਪਤਾ ਨਹੀਂ ਰਹਿ ਵੀ ਪਾਵਾਂਗੇ ਕਿ ਨਹੀਂ। ਮੇਰਾ ਸਿਰਫ 10 ਸਾਲ ਦਾ ਮੇਰਾ ਬੱਚਾ, ਅਸੀਂ ਉਹਨੂੰ ਹੀ ਦੇਖ ਕੇ ਜੀ ਰਹੇ ਸੀਗੇ। ਲੇਕਿਨ ਜਦੋਂ ਗੁਰੂ ਜੀ ਨੇ ਮੈਨੂੰ ਜੋੜਿਆ, ਮੇਰੇ ਨਨਾਣ ਆਏ ਪੂਰਨਮਾਸ਼ੀ ਵਾਲੇ ਦਿਨ, ਅਤੇ ਕੁਦਰਤੀ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਮੱਥਾ ਟੇਕਣਾ। ਮੈਂ ਜਦੋਂ ਵੀ ਜਾਂਦੀ ਹਾਂ ਹਮੇਸ਼ਾ ਮੈਨੂੰ ਬੰਦ ਮਿਲਦਾ ਹੈ ਵੀ ਗੁਰੂ ਜੀ ਦਾ ਮੰਦਿਰ ਇੱਥੇ ਆ। ਅਤੇ ਮੈਂ ਗੁਰੂ ਜੀ ਸੁਣ ਕੇ ਨਾ, ਮੈਂ ਕਿਹਾ ਪਤਾ ਨਹੀਂ ਕਿਹੜੇ ਗੁਰੂ ਜੀ ਆ ਇੱਦਾਂ ਕਰਕੇ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕਿ ਤੁਸੀਂ ਕਿਹੜੇ ਗੁਰੂ ਜੀ ਦੀ ਗੱਲ ਕਰਦੇ ਹੋ? ਅਤੇ ਕਹਿੰਦੇ ਕਿ ਇਹ ਵਾਲੇ ਗੁਰੂ ਜੀ। ਉਹਨਾਂ ਨੇ ਬਰੈਸਲੇਟ ਪਾਇਆ ਸੀ। ਜਿੱਦਾਂ ਹੀ ਮੈਂ ਬਰੈਸਲੇਟ ਦੇਖਿਆ, ਮੈਂ ਦੇਖਿਆ ਕਿ ਥੋੜ੍ਹੇ ਦਿਨ ਪਹਿਲਾਂ ਮੇਰੀ ਫਰੈਂਡ ਨੇ ਵੀ ਦੱਸਿਆ ਸੀ, ਉਹਨੇ ਵੀ ਬਹੁਤ ਗੁਣਗਾਨ ਅਤੇ ਮਹਿਮਾ ਕੀਤੀ ਸੀ ਉਹਨਾਂ ਦੀ। ਅਤੇ ਜਦੋਂ ਉਹਨਾਂ ਨੇ ਵੀ ਮੈਨੂੰ ਕਈ ਚੀਜ਼ਾਂ ਦੱਸੀਆਂ ਕਿ ਇਹ ਵਾਲੇ ਸਾਡੇ ਕੰਮ ਬਹੁਤ ਜ਼ਿਆਦਾ ਰੁਕੇ ਹੋਏ ਸੀਗੇ, ਔਰ ਸਿਰਫ ਗੁਰੂ ਜੀ ਨੇ ਹੀ ਇਹ ਚੀਜ਼ ਕੀਤੀ ਹੈ, ਅਤੇ ਮੈਨੂੰ ਬਹੁਤ ਉਹਨਾਂ ਦੇ ਉੱਤੇ ਫੇਥ ਹੋ ਗਿਆ। ਅਤੇ ਮੇਰੀਆਂ ਹੋਰ ਵੀ ਬੜੀਆਂ ਅਰਦਾਸਾਂ ਉਹਨਾਂ ਨੇ ਪੂਰੀਆਂ ਕੀਤੀਆਂ। ਅਤੇ ਤੁਸੀਂ ਸੰਗਤ ਜੀ ਬਿਲੀਵ ਨਹੀਂ ਕਰੋਗੇ, ਉਸ ਟਾਈਮ ਨਾ ਮੈਨੂੰ ਇੱਕ ਇੱਦਾਂ ਦੀ ਹੋਪ ਨਜ਼ਰ ਆਈ। ਮੈਨੂੰ ਇੱਦਾਂ ਲੱਗਦਾ ਸੀਗਾ ਕਿ ਸ਼ਾਇਦ ਨਾ ਅੱਜ ਉਹ ਦਿਨ ਆ ਗਿਆ ਕਿ ਮੈਨੂੰ ਸ਼ਾਇਦ ਕੁਛ ਮਿਲਣਾ। ਮੈਂ ਅੰਦਰੋਂ ਬੜੀ ਖੁਸ਼ ਸੀਗੀ, ਔਰ ਮੈਨੂੰ ਇੱਦਾਂ ਮਹਿਸੂਸ ਹੋ ਰਿਹਾ ਸੀ ਕਿ ਜਿੱਦਾਂ ਗੁਰੂ ਜੀ ਆਪ ਮੇਰੀ ਬਾਂਹ ਫੜ ਕੇ ਮੈਨੂੰ ਕਹਿ ਰਹੇ ਸੀ ਕਿ ਤੂੰ ਚੱਲ ਔਰ ਮੇਰੇ ਦਰਬਾਰ 'ਤੇ ਮੱਥਾ ਟੇਕ ਕੇ ਆ ਇੱਕ ਵਾਰੀ।
ਸੰਗਤ ਜੀ, ਮੈਂ ਤੁਹਾਨੂੰ ਮੈਂ ਇੰਨੀ ਸਟਰੋਂਗ ਹੁੰਦੀ ਸੀ, ਬਹੁਤ ਜ਼ਿਆਦਾ, ਕਿਉਂਕਿ ਜਿਨ੍ਹਾਂ ਨੇ ਗਰੀਬੀ ਦੇਖੀ ਹੋਵੇ, ਗਰੀਬੀ ਦੇਖਣ ਤੋਂ ਬਾਅਦ ਜਦੋਂ ਤੁਹਾਨੂੰ ਪਰਮਾਤਮਾ ਬਹੁਤ ਕੁਛ ਦਿੰਦਾ ਹੈ ਨਾ, ਉਸ ਤੋਂ ਬਾਅਦ ਫਿਰ ਸੱਟ ਵੱਜਦੇ ਆ ਅਤੇ ਕਈ ਵਾਰੀ ਨਾ ਸੰਭਾਲ ਨਹੀਂ ਹੁੰਦੀ। ਲੇਕਿਨ ਮੈਨੂੰ ਪਤਾ ਮੇਰੇ ਗੁਰੂ ਜੀ ਨੇ ਮੇਰੇ 'ਤੇ ਇੰਨੀ ਮਹਿਮਾ ਕੀਤੀ ਹੈ, ਮੇਰੇ 'ਤੇ ਇੰਨੀ ਕਿਰਪਾ ਕੀਤੀ ਨਾ ਉਹਨਾਂ ਨੇ। ਮੈਂ ਜਿੱਦਾਂ ਹੀ ਮੈਂ ਅਤੇ ਮੇਰੇ ਹਸਬੈਂਡ ਉਹਨਾਂ ਦੇ ਦਰਬਾਰ 'ਚ ਗਏ ਨਾ, ਮੈਨੂੰ ਇੱਦਾਂ ਲੱਗਾ ਕਿ ਫਸਟ ਵਾਰ ਹੀ ਉਹਨਾਂ ਦੇ ਮੰਦਰ ਦੇ ਅੰਦਰ ਜਾਣ ਨਾਲ ਮੈਨੂੰ ਇੱਦਾਂ ਲੱਗਿਆ ਕਿ ਮੇਰੀਆਂ ਸਾਰੀਆਂ ਟੈਨਸ਼ਨਾਂ ਗੁਰੂ ਜੀ ਨੇ ਉੱਥੇ ਹੀ ਹਰ ਲਈਆਂ, ਉਹਨਾਂ ਨੇ ਲੈ ਲਈਆਂ। ਔਰ ਤੁਸੀਂ ਯਕੀਨ ਮੰਨਿਓ, ਉਸ ਤੋਂ ਬਾਅਦ ਜਿਹੜੀ ਉਹ ਟੈਨਸ਼ਨ ਸੀ ਨਾ, ਮੈਂ ਭੁੱਲਣੀ ਸ਼ੁਰੂ ਹੋ ਗਈ। ਮੇਰੇ ਦਿਮਾਗ ਦੇ ਵਿੱਚ ਜਿਸ ਚੀਜ਼ ਦਾ ਸਟਰੈਸ ਸੀ ਨਾ, ਉਹ ਮੈਂ ਲੈਣਾ ਬੰਦ ਕਰ ਦਿੱਤਾ ਔਰ ਮੈਂ ਆਪਣੇ ਕੰਮ 'ਤੇ ਫੋਕਸ ਕਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ। ਜਦੋਂ ਉਹਨਾਂ ਦਾ ਚਾਹ ਪ੍ਰਸ਼ਾਦ ਸਭ ਕੁਛ ਖਾਧਾ, ਔਰ ਗੁਰੂ ਜੀ ਨੇ ਮੇਰੇ 'ਤੇ ਇੰਨੀ ਮਿਹਰ ਔਰ ਇੰਨੀ ਕਿਰਪਾ ਕੀਤੀ ਨਾ ਉਹਨਾਂ ਨੇ, ਸੰਗਤ ਜੀ, ਉਹਨਾਂ ਨੇ ਮਤਲਬ ਮੈਨੂੰ ਨਾ ਬਸ ਇੰਨੀ ਕੁ ਜਲਦੀ ਦੇ ਵਿੱਚ ਉਹਨਾਂ ਨੇ ਮੇਰੇ ਆਪਣੇ ਦਰਬਾਰ ਦੇ ਵਿੱਚ ਸਹਿਜ ਪਾਈ, ਇੱਦਾਂ ਮੱਥਾ ਟਿਕਾਏ ਉਹਨਾਂ ਨੇ। ਇੰਨੀ ਵਾਰੀ ਉਹਨਾਂ ਨੇ ਬੁਲਾਇਆ ਆਪਣੇ ਦਰਬਾਰ 'ਚ, ਅਤੇ ਹਰ ਵਾਰ ਜਾ ਕੇ ਦਰਬਾਰ ਦੇ ਵਿੱਚ ਮੈਂ ਪਤਾ ਨਹੀਂ ਕਿੰਨੀਆਂ ਕੁ ਵੱਡੀਆਂ ਦਾਤਾਂ ਲੈ ਕੇ ਆਉਂਦੀ ਰਹੀ ਹਾਂ, ਔਰ ਮੈਨੂੰ ਖੁਦ ਨੂੰ ਨਹੀਂ ਪਤਾ। ਔਰ ਤੁਸੀਂ ਜਿਹੜਾ ਸ਼ੁਕਰਾਨਾ ਕਰਨਾ ਸੀ ਮੈਂ ਅੱਜ, ਉਹ ਇਹ ਆ ਸੰਗਤ ਜੀ ਕਿ ਮੈਂ ਕਦੀ ਸੋਚਿਆ ਨਹੀਂ ਸੀਗਾ ਕਿ ਮੈਂ ਜਲੰਧਰ ਸ਼ਹਿਰ ਛੱਡਾਂਗੀ। ਇੰਨੀ ਜਲਦੀ ਦੇ ਵਿੱਚ ਗੁਰੂ ਜੀ ਨੇ ਮੈਨੂੰ 10-10, 15-15 ਸਤਸੰਗ ਇੱਦਾਂ ਦੇ ਸੁਣਾਏ, ਮਤਲਬ ਕਿ ਕਈ ਸਤਸੰਗ ਸੁਣ ਕੇ ਮੇਰੇ ਰੋਂਗਟੇ ਵੀ ਖੜੇ ਹੋ ਗਏ ਕਿ ਇੱਦਾਂ ਵੀ ਹੋ ਸਕਦਾ ਆ, ਮੇਰੇ 'ਤੇ ਕਿਸੇ ਨੇ ਕੁਛ ਕੀਤਾ ਵੀ ਹੋ ਸਕਦਾ ਆ। ਬਸ ਜੋ ਚੀਜ਼ਾਂ ਮੇਰੇ ਅੱਗੇ ਆਉਂਦੀਆਂ ਗਈਆਂ, ਮੈਂ ਸਾਰਾ ਦਿਨ ਲਗਾ ਕੇ ਨਾ ਮੈਂ ਗੁਰੂ ਜੀ ਦੇ ਸਤਸੰਗ ਹੀ ਸੁਣਦੀ ਰਹਿੰਦੀ ਸੀਗੀ। ਔਰ ਮੈਨੂੰ ਇੱਕ ਟਾਈਮ 'ਤੇ ਮੇਰੇ ਮਨ 'ਚ ਇਹ ਵੀ ਆਇਆ ਕਿ ਮੈਂ ਹੁਣ ਇੱਦਾਂ ਸਤਸੰਗ ਹੀ ਸੁਣਦੀ ਰਿਹਾ ਕਰਨਾ ਆ। ਲੇਕਿਨ ਨਹੀਂ, ਗੁਰੂ ਜੀ ਨੇ ਮੈਨੂੰ ਉਹਦਾ ਵੀ ਜਵਾਬ ਦਿੱਤਾ ਕਿ ਤੂੰ ਬਸ ਜਲਦੀ ਇਹਨੂੰ ਸੁਣ ਅਤੇ ਮੈਂ ਤੇਰੇ 'ਤੇ ਕਿਰਪਾ ਕਰਾਂਗਾ। ਮੈਂ ਉਹ ਚੀਜ਼ਾਂ ਕਰਦੀ ਗਈ, ਪਰਮਾਤਮਾ ਨੇ ਦੇਖੋ, ਪਰਮਾਤਮਾ ਨੇ, ਗੁਰੂ ਜੀ ਨੇ ਖੁਦ ਆਪ ਕਰਵਾਈਆਂ, ਮੈਂ ਕੁਛ ਨਹੀਂ ਕੀਤਾ, ਕਿਉਂਕਿ ਅਸੀਂ ਤਾਂ ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਸੋ ਉਹਨਾਂ ਦੀ ਮੇਰੇ 'ਤੇ ਬਹੁਤ ਕਿਰਪਾ ਰਹੀ, ਬਹੁਤ ਜ਼ਿਆਦਾ। ਜਿੰਨੀ ਮੈਂ ਵਡਿਆਈ ਕਰਾਂ ਉਨੀ ਘੱਟ ਆ। ਮੇਰੇ ਸੱਚੇ ਪਾਤਸ਼ਾਹ ਜੀ ਨੇ ਮੇਰੇ 'ਤੇ ਇੰਨੀ ਕਿਰਪਾ ਕੀਤੀ, ਮੈਂ ਸੰਗਤ ਜੀ ਤੁਹਾਨੂੰ ਦੱਸ ਨਹੀਂ ਸਕਦੀ, ਕਿਉਂਕਿ ਇਸ ਇੰਨੇ ਵੱਡੀ ਸੱਟ ਤੋਂ ਬੰਦਾ, ਇੱਕ ਇਨਸਾਨ 'ਤੇ ਬਾਹਰ ਕਦੀ ਨਹੀਂ ਆ ਸਕਦਾ। ਮੈਨੂੰ ਪਤਾ ਮੈਂ ਉਹਨਾਂ ਦਿਨਾਂ ਦੇ ਵਿੱਚ ਕਿੰਨੀ ਪਰੇਸ਼ਾਨ ਹੁੰਦੀ ਸੀ। ਤੁਸੀਂ ਸਾਈਬਰ ਕ੍ਰਾਈਮ 'ਚ, ਪੁਲਿਸ ਥਾਣਿਆਂ 'ਚ ਜਾਓ, ਕਦੀ ਕਿਤੇ ਜਾਓ, ਤੁਹਾਨੂੰ ਪਤਾ ਉਹ ਕਿੱਦਾਂ ਗੱਲ ਕਰਦੇ ਆ। ਮੈਂ ਆਪਣੇ ਹਸਬੈਂਡ ਨੂੰ ਇੱਕ ਵਾਰੀ ਨਹੀਂ ਜਾਣ ਦਿੱਤਾ। ਮੈਂ ਕਿਹਾ ਨਹੀਂ, ਤੁਸੀਂ ਨਹੀਂ ਜਾਣਾ, ਮੈਂ ਖੁਦ ਜਾਊਂਗੀ, ਜਦ ਕਿ ਮੈਂ ਖੁਦ ਬਹੁਤ ਸੈਂਸਿਟਿਵ ਹਾਂ। ਲੇਕਿਨ ਗੁਰੂ ਜੀ ਨੇ ਮੇਰੇ 'ਤੇ ਇਹੋ ਜਿਹੀ ਕਿਰਪਾ ਕੀਤੀ, ਮੈਂ ਅਰਦਾਸ ਲਗਾ ਕੇ ਜਾਂਦੀ ਸੀ, ਮੇਰੇ ਸਾਰੇ ਕੰਮ ਬੰਦੇ ਗਏ। ਮੈਨੂੰ ਨਹੀਂ ਪਤਾ ਇਹ ਸਤਸੰਗ ਮੇਰਾ ਗੁਰੂ ਜੀ ਨੇ ਕਿਹਨਾਂ ਨੂੰ ਸੁਣਾਉਣਾ ਆ, ਕਿਉਂ ਮੈਂ ਅੱਜ ਇਹ ਸ਼ੇਅਰ ਕਰ ਰਹੀ ਹਾਂ। ਸਾਰੀ ਗੁਰੂ ਜੀ ਦੀ ਮਹਿਮਾ ਆ। ਅਗਰ ਕਿਸੇ ਹੋਰ ਨਾਲ ਵੀ ਇਹ ਚੀਜ਼ ਹੋਈ ਆ, ਕਿਸੇ ਨਾਲ ਵੀ, ਕਿ ਮਤਲਬ ਮੈਂ ਕਿਸੇ ਐਪ ਦੇ ਥਰੂ ਉਹਦੇ ਵਿੱਚ ਐਡ ਹੋਈ ਸੀਗੀ, ਉਹਦੇ ਵਿੱਚ ਕੋਈ ਅਲੈਕਸਾ ਕਰਕੇ ਸੀਗੀ, ਜਿਹਨੇ ਮੈਨੂੰ ਭਰਮਾਇਆ ਔਰ ਸਾਰੇ ਪੈਸਾ ਲਗਵਾ ਕੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ 19 ਲੱਖ ਦੀ ਪੈਨਲਟੀ ਤੈਨੂੰ ਹੋਰ ਲੱਗੇਗੀ ਅਗਰ ਤੂੰ ਹੋਰ ਪੈਸੇ ਨਹੀਂ ਦਿੱਤੇ, ਔਰ ਅਸੀਂ ਤੁਹਾਨੂੰ ਆਹ ਕਰ ਦਾਂਗੇ, ਉਹ ਕਰ ਦਾਂਗੇ। ਫਿਰ ਜਾ ਕੇ ਮੈਂ ਕੰਪਲੇਂਟ ਕੀਤੀ ਸੀ, ਔਰ ਮੈਨੂੰ ਇੰਨੀ ਵੱਡੀ ਪ੍ਰੋਬਲਮ ਦੇ ਵਿੱਚੋਂ ਗੁਰੂ ਜੀ ਨੇ ਕਿੱਦਾਂ ਕੱਢ ਲਿਆ, ਮੈਨੂੰ ਖੁਦ ਨੂੰ ਵੀ ਸਮਝ ਨਹੀਂ ਆਈ ਵੀ ਉਹਨਾਂ ਨੇ ਕਿੱਦਾਂ, ਮਤਲਬ ਇਹ ਸਭ ਕੁਛ ਹੋ ਗਿਆ। ਬਟ ਅੱਜ ਦੀ ਡੇਟ ਦੇ ਵਿੱਚ ਮੈਂ ਆਪਣਾ ਇੰਸਟੀਟਿਊਟ ਬੰਦ ਕਰ ਦਿੱਤਾ, ਔਰ ਗੁਰੂ ਜੀ ਨੇ ਇਹੋ ਜਿਹੀ ਸਾਡੇ ਦੇ ਉੱਤੇ ਕਿਰਪਾ ਕੀਤੀ ਆ, ਇੰਨੀ ਵਧੀਆ ਕਿਰਪਾ ਕੀਤੀ ਕਿ ਮੇਰੇ ਬੇਟੇ ਨੂੰ ਪੰਚਕੂਲਾ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਪੰਚਕੂਲਾ ਦੇ ਵਿੱਚ ਐਡਮਿਸ਼ਨ ਮਿਲ ਗਈ, ਉਹ ਵੀ ਗੁਰੂ ਜੀ ਨੇ ਹੀ ਕਰਵਾਈ। ਔਰ ਉਸ ਤੋਂ ਬਾਅਦ ਗੁਰੂ ਜੀ ਨੇ ਸਾਨੂੰ ਘਰ ਬਲੈਸ ਕਰ ਦਿੱਤਾ। ਇੰਨੀ ਕਿਰਪਾ ਹੋਈ ਹੈ, ਕੰਪਨੀ ਦੇ ਥਰੂ, ਕੰਪਨੀ ਦੀ ਹੀ ਗੱਡੀ, ਅੱਛੀ ਸੈਲਰੀ, ਔਰ ਕੰਪਨੀ ਵੱਲੋਂ ਹੀ ਸਾਨੂੰ ਘਰ ਬਲੈਸ ਹੋਇਆ। ਇੰਨੀ ਵੱਡੀ ਕਿਰਪਾ, ਮੈਂ ਕਰੋੜਾਂ ਵਾਰ ਵੀ ਅਗਰ ਗੁਰੂ ਜੀ ਦਾ ਸ਼ੁਕਰਾਨਾ ਕਰਾਂਗੀ ਨਾ, ਤੇ ਸ਼ਾਇਦ ਉਹ ਘੱਟ ਆ। ਮੇਰੇ ਗੁਰੂ ਜੀ ਦੀ ਮਹਿਮਾ ਅਪਰੰਪਾਰ ਆ। ਮੈਂ ਗੁਰੂ ਜੀ ਦਾ ਜਿਹੜਾ ਮੰਤਰ ਜਾਪ ਆ, ਉਹ ਆਪਣੀ ਆਵਾਜ਼ ਦੇ ਵਿੱਚ ਇੱਕ ਵਾਰੀ ਜ਼ਰੂਰ ਕਰਨਾ ਚਾਹੁੰਦੀ ਹਾਂ, ਕਿਉਂਕਿ ਗੁਰੂ ਜੀ ਦੀ ਮੇਰੇ 'ਤੇ ਬਹੁਤ ਕਿਰਪਾ ਆ। ਮੈਂ ਦੁਬਾਰਾ ਤੋਂ ਗੁਰੂ ਜੀ ਦੀ ਮਹਿਮਾ ਨੂੰ ਗਾਉਣਾ ਸ਼ੁਰੂ ਕੀਤਾ ਆ।
मेरे अंदर दोबारा तो वो चीज़ आनी शुरू हो गई है कि मैं गुरु जी दी महिमा गावां। मेरी आवाज़ बनी ही गुरु जी दी महिमा गाण वास्ते है। ओम नमः शिवाय। गुरु जी सदा सहाय। ओम नमः शिवाय। शिव जी सदा सहाय। ओम नमः शिवाय। शिव जी सदा सहाय। ओम नमः शिवाय। गुरु जी सदा सहाय। ओम नमः शिवाय। शिव जी सदा सहाय। ओम नमः शिवाय। गुरु जी सदा सहाय। मेरे गुरु जी सदा सहाय। जय गुरु जी, शुक्राना गुरु जी। जय गुरु जी संगत जी। अब हम अगला सत्संग सुनते हैं। तो ये मेरा शुक्राना सत्संग है। इसमें मैं 2 शुक्राना सत्संग शेयर करूँगी। तो सत्संग स्टार्ट करने से पहले मैं मंत्र जाप करना चाहूँगी। ओम नमः शिवाय। शिव जी सदा सहाय। ओम नमः शिवाय। मेरे प्यारे गुरु जी सदा सहाय। तो जैसे कि मैं बताना चाहूँगी कि मैं गुरु जी का सत्संग सुनती रहती हूँ, और गुरु जी बहुत बड़े बड़े कष्ट जो है हमारे कटवा देते हैं, बहुत छोटे छोटे उसमें कटवा देते हैं। तो क्या हुआ कि मैं सुबह में ही सत्संग सुन रही थी। 2-3 दिन पहले की बात है। सुबह में ही सत्संग सुन रही थी, और उसमें था कि एक आंटी बता रही थी कि उनको गुरु जी का, वो भी सत्संग ही सुन रही थी, उसमें था कि गुरु जी बोल रहे थे कि अपना पाइप का ध्यान रख, और नहीं तो किचन में काम करती है तो पाइप का ध्यान रख, गैस के पाइप का, वरना बहुत बड़ा हादसा हो सकता है। तो ऐसे मैं भी एक दिन उससे जिस दिन सत्संग सुना था उसके एक दिन पहले रात में मैं रोटी बना रही थी। तो मैं जब रोटी सेक रही थी तो तावा उठाते हैं ना, तो मेरे को मतलब ऐसा लग रहा था कि तावा बार बार उसमें सट रहा है पाइप में। तो मेरे दिमाग में था कि उसको सही करना पड़ेगा। ठीक है, फिर मैं सत्संग सुनी, मेरे दिमाग में था ही कि हाँ पाइप से मुझे थोड़ा बच के रहना है। फिर क्या हुआ कि मेरे पति अंकल आए शाम में, मैं गाय के लिए रोटी बना रही थी। उसी टाइम पे अचानक से क्या हुआ, मेरा जो बर्नर है ऊपर वाला वो हिल गया और उसमें से बहुत तेज़ आग फेंकने लगा। तो मैं भागी और मेरे पति अंकल तुरंत वहाँ पे गए और उन्होंने उसे जल्दी से बंद किया। और आप विश्वास नहीं करोगे, आग इतनी तेज़ फेंक रहा था कि उससे जो पाइप था वो मतलब एकदम पिघल के पतला सा हो गया था। और अगर वो तुरंत मेरे पति अंकल नहीं बंद किए होते तो कुछ भी हो सकता था, सिलेंडर फट सकता था, बहुत बुरा आग लग सकता था। घर में मेरे 2 छोटे बच्चे हैं, कुछ भी हो सकता था। तो गुरुजी ने बहुत बड़ा कष्ट काटा उस दिन। और वही कहते हैं कि सत्संग के थ्रू गुरुजी हमारे बहुत बड़े बड़े कष्ट बहुत छोटे में काट देते हैं। तो जय उसके लिए अनंत अनंत शुक्राना गुरुजी। और मुझे बहुत ऐसा होता है कि गुरुजी ऐसे क्यों सत्संग दिखाते हैं कि बीमारी है, कैंसर हो जाएगा, पति का है, बेटे पे संकट है। तो मुझे बहुत ऐसा होता था। फिर मैंने जब समझा कि गुरुजी हमारे बहुत बड़े बड़े कष्ट बहुत छोटे में कटवा देते, मतलब पता भी नहीं चलता। ऐसे ही बहुत दिन से मुझे सत्संग आ रहे थे कि अपने तेरे बेटे पे कष्ट है और उसका कष्ट कटवा। उसके पहले मैं सपना भी देख रही थी अपने बेटे से रिलेटेड। फिर मैं ऐसा होता है ना कि बहुत डर जाते हैं, ऐसे सत्संग क्यों आते हैं, बहुत डर जाते हैं। तो वैसा हो रहा था। फिर मैंने देखा कि मतलब ये सारे सत्संग जब मेरे पे आ रहे थे मैं उनको सुन रही थी। उसके बाद ही मैंने नोटिस किया
कि 2 दिन मेरे बेटे को चोट पे चोट लग रही थी, चोट पे चोट लग रही थी, कभी सर पे लग रही थी, कभी पैर पे लग रही थी, मतलब छोटी-छोटी चोटें उसको लग रही थी। कुछ मतलब गुरुजी ने कुछ बड़ा नहीं होने दिया, तो उसके लिए अनंत-अनंत शुक्राना गुरुजी कि आपने बड़े-बड़े कष्ट जो हमारे पे आते हैं, हमारे बच्चों पे आते हैं, हमारे परिवार पे आते हैं, उसको आप बहुत छोटे में काट देते हो। उसके लिए अनंत-अनंत शुक्राना गुरुजी। और अभी भी मेरे पे आ रहे थे, जैसे कि मेरे पति के लिए आ रहे थे कि बीमारियाँ जकड़ रही हैं। मेरे लिए भी कैंसर के सत्संग गुरुजी ने बहुत सुनवाए, और हमें थोड़ी बहुत दिक्कत है, मेरे पति अंकल को भी रहती है और मुझे भी रहती है, थोड़ी बहुत दिक्कत चल रही है पेट से, और उनको भी है पेट से और सीने से। तो मुझे पता है कि गुरुजी उसको भी जल्द से जल्द ठीक कर देंगे। मुझे सबसे ज़्यादा विश्वास गुरुजी के चंदन तिलक और उनके जल प्रसाद में, उससे ज़्यादा विश्वास मुझे किसी दवा में नहीं है, किसी चीज़ में नहीं है। क्योंकि दवा तो हम इंसान बनाते हैं, लेकिन जब हमारे परमात्मा हमारे साथ है, उनसे बड़ी दवाई या उनसे बड़ा चमत्कार तो कोई नहीं कर सकता है। तो बस यही बोलूँगी। और हम जैसे बहुत सारे लोग परेशान हो जाते हैं कि गुरुजी ऐसा क्यों सत्संग दिखा रहे हैं, तो उनको बताना चाहूँगी कि बस आप सुन लो वो सत्संग, और हमारे बहुत से बड़े बड़े कष्ट जो होते हैं वो कट जाते हैं उस सत्संग के थ्रू। जिसके लिए अंतर शुक्राना गुरुजी। हमें हमारी सारी संगत की तरफ से गुरुजी आप सबका इतना ध्यान रखते हो, और आप जैसा कोई नहीं हो सकता गुरुजी। बस इसी के साथ मैं अपने शुक्राना सत्संग को यहीं पे विराम देना चाहूँगी। मैं जल्दी शुक्राना सत्संग नहीं कर पाती क्योंकि मेरे पास 2 छोटे बच्चे हैं, तो दिक्कत होती है, पर मैं कोशिश करती हूँ। और जब गुरुजी की आज्ञा होती है तभी आप शेयर कर पाते हो, तो वही मेरे साथ भी होता है। जब गुरुजी की आज्ञा होती है तो मैं शेयर कर पाती हूँ, तो उसके लिए भी अनंत अनंत शुक्राना गुरुजी। ठीक है, और अब इसी के साथ मैं विराम करना चाहूँगी अपने शुक्राना सत्संग को। ओम नमः शिवाय, शिव जी सदा सहाय। ओम नमः शिवाय, मेरे प्यारे गुरुजी सदा सहाय। ओम नमः शिवाय, शिव जी सदा सहाय। ओम नमः शिवाय, गुरु जी सदा सहाय। जय गुरु जी, शुक्राना गुरु जी, अनंतम अनंतम शुक्राना गुरु जी महाराज का, लक्ष्य वरी शुक्राना मेरे सच्चे बादशाह। जय मेरी माता रानी, मेरी कुल देवी मैया, मेरी काली मैया, आपके चरणों में मेरा कोटि कोटि वंदन है मेरी माता रानी। क्षमा प्रार्थी माता रानी, भूल चूक माफ करना। गुरु महाराज मेरे जिब पे विराजमान हो जाओ, भूल चूक माफ करना मेरे सच्चे बादशाह। सत्संग जी, कल गुरु जी का मैसेज है, जैसे कि मैंने बताया ना रात को कि गुरु जी ने मतलब मैं कहती हूँ गुरु जी मुझे उठा देना अमृत वेले में, लेकिन मैं नहीं कर पा रही हूँ। शुक्राना गुरु जी महाराज, क्योंकि मेरा कोई नित्यनेम नहीं बन पा रहा। गुरु जी जानते हैं, नौकरी भी करती है, घर का भी करती है, तो थक जाती है तो नहीं उठ पाती, तो सॉरी गुरुपा माफ करो, उसके लिए अनंतम अनंतम शुक्राना। गुरु महाराज का कल मैसेज आया, बेटा तू नीले कपड़े, नीले नेल पेंट, कोई भी नीली चीज मत लगाया करिए, मैंने पसंद नहीं है। शुक्राना मेरे परम पिता परमेश्वर, ये बताने के लिए गुरु जी कहते हैं कि नीली चीज ना गुरुओं दी नहीं होती है। शुक्राना मेरे बाबा, बहुत बहुत शुक्राना आपका। गुरु जी को मतलब फेवरेट थे जैसे ब्लैक, पिंक, रेड, ग्रीन, और मतलब जैसे ब्लैक वाइट, और क्या कहते हैं वो आपका जैसे कि वो पीला। सो शुक्राना मेरे परम पिता परमेश्वर, ये बताने के लिए आपका अनंतम अनंतम शुक्राना। और जैसे कि मैंने बताया ना, गुरु महाराज ने बोला कल कि बेटा जो ग्रीन वाला सूट है वो निकाल दे अपना, तो सत्संग जी तो गुरु जी ने ही करवाया, सूट भी निकलवाया और चमड़े का बेल्ट था वो भी निकलवाया। सो उसके लिए अनंतम अनंतम शुक्राना मेरे गुरु जी महाराज, लक्ष्य बड़ी शुक्राना। सत्संग जी रात के फिर गुरु जी का मेरे पास इस सत्संग में एक आंटी जी ने बताया कि आज जैसे गुरुवार है, तो गुरुवार के दिन गुरु जी ने बोला था कि सुबह उठ के जल्दी ये 3 उपाय कर लेना। तो उसमें था कि जैसे कि आप ना नहाते हो तो उसमें जल प्रसाद डालते हो बाल्टी में, उसके बाद 1 चुटकी हल्दी डाल लेना, तो इससे जो रोग हैं, कष्ट है शरीर के, वे कट जाएंगे। जय गुरु जी, शुक्राना गुरु जी, परम पिता परमेश्वर। और गुरु जी ने और भी बताया जैसे कि 1 लोटा जल रखना, उसमें 1 चुटकी हल्दी डालना है, और पूजा करने के बाद उसको पूरे घर में छिड़कना, इससे नेगेटिविटी निकल जाएगी। शुक्राना मेरे बाबा, आपका बहुत बहुत शुक्राना, अनंतम अनंतम शुक्राना। मैं गुरुपा के सामने ही बैठूं सत्संग जी अमृत वेले में, और गुरु महाराज के दर्शन हो रहे। गुरु जी महाराज के जोत जलाई है, तो माता रानी की भी जला रखी थी, तो उसके लिए अनंतम अनंतम शुक्राना मेरे परम पिता परमेश्वर। गुरु जी ने बोला बेटा या तो आज हल्दी का टीका लगाना, पहले गुरु जी को लगाना फिर अपने लगाना, या चंदन का, मतलब पीला ही होना चाहिए।
सो शुक्राना मेरे परमपिता परमेश्वर, आपने ये कार्य करवाया सुबह। गुरुजी ने महाराज ने उठा दिया था मुझे 3:09 में। सो उसके लिए बहुत बहुत शुक्राना मेरे परमपिता परमेश्वर कि आप हमारा इतना ध्यान रखते हैं कि बच्चों को कब उठाना है, कब क्या करना है। सो उसके लिए अनंतम अनंतम शुक्राना मेरे परमपिता परमेश्वर। आपको बहुत बहुत शुक्राना मेरे दादिया सच्चे बादशाह, बहुत बहुत शुक्राना। सत्संग जी, गुरुजी ने मेरे को बोला कि बेटा, जिन्होंने तेरे पे ब्लैक मैजिक किया उनको दिल से माफ कर दे, क्योंकि जब तक तू माफ नहीं करेगी तो मैं तेरा कल्याण कैसे करूंगा, मैं तुझे कैसे माफ कर सकता हूँ। गुरु महाराज, मैं आपके चरणों में सर रख के नाक रगड़ के माफी मांगता हूँ मेरे सच्चे बादशाह। मैंने उन्हें माफ कर दिया, दिल से माफ कर दिया। मुझे उनका कोई मतलब नहीं है और उनका भी शुक्राना। अगर वो नहीं होते, ऐसा नहीं करते तो आप मुझे नहीं मिलते मेरे परमपिता परमेश्वर। गुरु महाराज, हाँ गुरु महाराज कहते कि अगर वो कुछ करते हैं, थोड़ा सा कष्ट आता तो तुम लोग है ना मतलब परेशान हो जाते हो, तो इसलिए ना फिर मैं क्या कहते हैं नहीं उनको ना मतलब वो माफ करो, क्योंकि आप घबरा जाते हो। तो गुरु जी महाराज, जब भी कोई ऐसा कुछ करे, कष्ट हो, महाराज इतनी मेरी अरदास कबूल करो दाता मेरे सच्चे पातशाह कि एक तो सत्संग जी, जब शरीर में कोई प्रॉब्लम होती है ना तो मन नहीं लगता है। सच्चे गुरु जी कहते हैं, माता रानी कहती है हम है ना, हम पे छोड़ दो। तो सत्संग जी, गुरु जी महाराज आज के बाद सॉरी, कान पकड़ के माफी मांगती हूँ बाबा जी। जो भी कष्ट आएंगे महाराज आप जानो, माता रानी जाने, हमें नहीं पता। मैं भूल के भी उनका नाम नहीं लूंगी गुरु जी महाराज। मैंने उन्हें माफ कर दिया, वो उनके कर्म है, ये मेरे कर्म है गुरु जी महाराज। हमें नहीं पता, वो जाने और आप जानो, मुझे नहीं पता। दिल से माफ कर दिया सास गुरु जी महाराज। प्लीज मेरी अरदास कबूल करो बाबा जी, क्योंकि वही बात है कि मतलब करने का कोई फायदा नहीं है। मैं उनको गलत मतलब बोलना तो छोड़ो गुरु जी महाराज, मैं सोच नहीं सकती हूँ। मैं यही कहती हूँ गुरु जी महाराज, बस उनको बुद्धि दे दो, उनको ज्ञान दे दो, उनके भी बच्चे बनाए रखो। उनकी जो भी प्रॉब्लम है, जिस वजह से वो परेशान है, वो प्रॉब्लम उनकी सॉल्व हो जाए गुरु जी महाराज। प्लीज ये मेरी अरदास कबूल करना बाबा। मेरे बच्चे पे, मेरी बेटियों पे जो भी है, कोई बात नहीं सत्संग जी, उनके ना कष्ट गुरु जी महाराज शायद कर्म काट रहे हैं गुरु जी महाराज। मेरे बच्चों को मैं कुछ नहीं कह सकती गुरु जी महाराज, सॉरी गुरु जी महाराज। अगर मेरे मन में ऐसी कोई नेगेटिविटी या बुरे ख्याल आते हैं उनके बारे में तो वही खत्म कर देना गुरु जी महाराज, मेरी माता रानी। सो सच्चे बादशाह, मेरे अनंतम अनंतम शुक्राना मेरे परम पिता परमेश्वर। बस आप जानो, आपका काम जाने। हमने तो पूरी जिंदगी आप पे ही सौंप दी है, अपने बच्चों की बागडोर, अपनी अंकल जी की। जिस रास्ते पे आप चलाएंगे गुरुपा, हम उसी रास्ते पे चलेंगे। आप और माता रानी के सिवा हमारा है ही कौन। आप और माता रानी है तो हमारा कोई नहीं है गुरुपा। माता रानी आपके बिना कोई नहीं है। मेरे बच्चे को माता रानी ने दिया, मेरे गुरु जी ने दिया। सो अब उनकी रक्षा करना, देखभाल करना, अच्छी रास्ता ले जाना, ये तो गुरुपा माता रानी जाने। सो उसके लिए अनंतम अनंतम शुक्राना मेरे गुरुपा। मैंने दिल से उन्हें माफ किया। और ऐसा नहीं है गुरु जी मेरा कोई दुश्मन नहीं है, मैं किसी को दुश्मन नहीं मानती हूँ महाराज। अगर आप कहोगे तो मैं उनकी पैर छू के माफी भी मांग लूंगी गुरु महाराज। मैं माफी मांगने से कोई छोटी बड़ी नहीं हो जाऊंगी गुरुपा, मैं आपकी बेटी हूँ। जय गुरु जी, शुक्राना गुरु जी। मैंने गलत किया उनके साथ, इसलिए उन्होंने ऐसा किया। मेरी गलती को मुझे एहसास है गुरुपा कि मैं गलती नहीं करती तो शायद ये नहीं होता। लेकिन जो कुछ हुआ अच्छा, बहुत अच्छा हुआ। इससे मेरे कर्म कटे, मुझे मेरे गुरुपा मिले, मेरी माता रानी मिली। मुझे उनके बारे में कुछ नहीं कहना। भगवान उनका भला करो, उनको सद्बुद्धि दो। और गुरु जी महाराज, मुझसे कुछ भूल चूक हुई हो तो मुझे माफ कर देना सच्चे बादशाह। गुरु जी ने बोला गुरुवार है, गौ माता को गुड़ और रोटी देना है, कुत्ते को दूध और रोटी देना है। शुक्राना मेरे परम पिता परमेश्वर। और एक कन्या को कड़ा प्रसाद बना के खिलाना गुरु जी महाराज। जब आपका सत्संग करवा लेना छोटा सा, उसी दौरान मैं बना के आपको भोग लगाऊंगी गुरु जी महाराज। तो किसी भी कन्या को आप जिसको बोलोगे, जिस कन्या को, तो मैं उस कन्या को आप ही खिलवा देना गुरु जी। मेरी बस की तो है नहीं मैं कुछ करूं। सो जय गुरु जी, शुक्राना गुरु जी, अनंतम अनंतम शुक्राना गुरु जी महाराज। लख सौ बारी शुक्राना मेरे दाता। आंटी अंकल आपको भी बहुत बहुत गुरु जी महाराज ऐसे आशीर्वाद बनाए रखें, ब्लेस करें। शुक्राना मेरे परम पिता परमेश्वर। आप हमेशा अपनी संगत पे सदा ही आशीर्वाद बना के रखो गुरु जी महाराज। मेरे बच्चे के दर्द है दाढ़ में, प्लीज गुरुपा उसको ठीक करो माता रानी। वो आपका बच्चा है, उसको ठीक कर दो। जय गुरु जी, शुक्राना गुरु जी महाराज। उसकी
अंकल जी की नेचर में इतना सत्संग जी इतना बदलाव, इतना चेंज कि मैं अभी ये लगा लो 100% चेंज है, क्योंकि गुरु महाराज ने बोला था कि तू मेरे पे छोड़ दे, मैंने अकल सिखा देना है उसको। जय गुरु जी, शुक्राना जी। हालांकि मैंने मंगलवार को गुस्सा भी किया, खूब किया, लेकिन उलट के उन्होंने मुझको जवाब नहीं दिया। सॉरी गुरुपा, माफ कर देना, मैंने बदतमीजी की हल्की सी, महाराज माफ कर देना। बस गुरुपा, जो मेरे लिए ठीक नहीं है उनको आपने दूर कर दिया, उनको दूर ही रखना गुरु महाराज। बस आप और माता रानी सदैव आशीर्वाद बनाए रखो हर संगत पे, सबका भला करो, सबके बच्चों पे आशीर्वाद रखो, सबके बच्चे अपने माँ बाप का नाम रोशन करें, मान सम्मान करें, इज्जत करें गुरु महाराज। सो उसके लिए अनंतम अनंतम शुक्राना गुरुपा, आपका बहुत बहुत शुक्राना। गुरु जी मंदिर बुला रहे, बड़े मंदिर आ जा बेटा आ जा, लेकिन मैं जा ही नहीं पा रही हूँ। आज गुरु जी बुलाएंगे तो जरूर जाएंगे, उसके लिए अनंतम अनंतम शुक्राना। गुरु जी कह रहे हैं बेटा शनिवार के दिन तेरे परिवार पे बहुत भार है, तो संभल के। तो गुरु माँ मुझे कोई फिक्र नहीं है, क्योंकि आप और माता रानी हो, आप संभाल दो, माता रानी संभाल ली, मैं भी फिक्र हो गई। जय गुरु जी, शुक्राना गुरु जी, अनंतम अनंतम शुक्राना। गुरु जी महाराज ने बताया था कि अमृत वेला नहीं कर पाते तो कोई बात नहीं, मंत्र जाप पढ़ा दे, और मंत्र जाप भी बताया था, प्रभु के सिमरे कारज पूरे, प्रभु के सिमरे कारज पूरे, ये वाला मंत्र जाप गुरु जी ने करवाया। सो उसके लिए अनंतम अनंतम शुक्राना। गुरु महाराज ने बोला है कि अगर बच्चा नशा पत्ती करता तो उसको डेली जल प्रसाद दो, चंदन टीका लगाओ और भरोसा रखो, विश्वास रखो, सब ठीक हो जाएगा। सो जय गुरु जी, शुक्राना गुरु जी महाराज, आपका बहुत बहुत शुक्राना भी, अनंत शुक्राना मेरे सच्चे बादशाह, कोटम को शुक्राना, पूरी 7 जन्म का शुक्राना, मेरे अंकल की तरफ से शुक्राना, मेरे बेटे की तरफ से शुक्राना, मेरी छोटी वाली बेटी की तरफ से शुक्राना, मेरी बड़ी वाली बेटी की तरफ से शुक्राना, मेरी तरफ से शुक्राना 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 शुक्राना, मेरे परम पिता परमेश्वर, पूरे परिवार की तरफ से आपको शुक्राना गुरु जी। हाँ, छोटी वाली बेटी थोड़ा सा है परेशान, वो लेट सोती है गुरु महाराज, उसका सोने का, खाने का, पीने का नित्य नेम करवा दो गुरु जी महाराज। जय गुरु जी, शुक्राना गुरु जी, आप भी करवा सकते हो, मैं कुछ नहीं कर सकती सासंग जी। गुरु जी महाराज, भूल चूक माफ करना। ओम नमः शिवाय, शिव जी सदा सहाय, ओम नमः शिवाय, गुरु जी सदा सहाय। जय गुरु जी, शुक्राना गुरु जी, अनंतम 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 शुक्राना मेरे गुरु जी सच्चे बादशाह महाराज। मेरे बड़े सत्संग की तैयारी करते, भूल चूक माफ कर देना गुरु पाप प्लीज गुरु महाराज। आपके श्री चरण कमल में नाक रगड़ के मत्था टेक के माफी मांगते महाराज, जो मेरे से भूल चूक हुई है, मेरे पितृदेव महाराज, मेरे पूर्वजों, हमें माफ करो बाबा, अपने बच्चों पे सदा ही आशीर्वाद बना के रखो। जय गुरु जी, शुक्राना गुरु जी, जय गुरु जी। जय गुरु जी संगत जी, शुक्राना गुरु जी। गुरु चरणों से यूं ही जुड़े रहिए और सत्संग को पूरा अंत तक ज़रूर सुने। वीडियो को प्यारा सा लाइक दीजिए, कमेंट बॉक्स में जय गुरु जी लिखें और चैनल को सब्सक्राइब ज़रूर करें। नोटिफिकेशन बेल ज़रूर प्रेस करें ताकि आपको वीडियो की नोटिफिकेशन सबसे पहले मिल सके। जय गुरु जी, शुक्राना गुरु जी।